ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪ੍ਰਭੂ ਯਿਸੂ ਜੀ ਦੇ ਬੋਧ ਵਾਲੇ ਚਮਤਕਾਰਾਂ ਦੇ ਉੱਤੇ ਚਰਚਾ ਕਰ ਰਹੇ ਸੀ। ਅਸੀਂ ਇਸ ਚਰਚਾ ਦੇ ਲਈ ਮਰਕੁਸ ਦੀ ਅੰਜੀਲ ਦੇ 2 ਅਧਿਆਏ ਦੀ 1 ਆਇਤ ਤੋਂ ਲੈ ਕੇ 12 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕੀਤਾ। ਇਹਨਾਂ ਵਚਨਾਂ ਦੇ ਵਿੱਚ ਇੱਕ ਰੋਚਕ ਕਹਾਣੀ ਦਾ ਜ਼ਿਕਰ ਹੈ ਕਿ ਕਿਵੇਂ 4 ਮਨੁੱਖ ਇੱਕ ਅਧਰੰਗ ਦੇ ਰੋਗੀ ਨੂੰ ਪ੍ਰਭੂ ਯਿਸੂ ਜੀ ਦੇ ਕੋਲ ਲੈ ਕੇ ਆਏ। ਘਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਘਰ ਦੀ ਛੱਤ ਤੋਂ ਹੀ ਅਧਰੰਗ ਦੇ ਮਰੀਜ਼ ਨੂੰ ਪ੍ਰਭੂ ਯਿਸੂ ਜੀ ਦੇ ਅੱਗੇ ਉਤਾਰ ਦਿੰਦੇ ਹਨ। ਅਸੀਂ ਉਹਨਾਂ 4 ਮਨੁੱਖਾਂ ਦੇ ਦਿਲਾਂ ਦੇ ਬਾਰੇ ਗੱਲ ਕੀਤੀ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਪ੍ਰਭੂ ਯਿਸੂ ਜੀ ਉਸ ਮਰੀਜ਼ ਨੂੰ ਠੀਕ ਕਰ ਦੇਣਗੇ। ਅਸੀਂ ਅਧਰੰਗ ਦੇ ਰੋਗੀ ਦੇ ਵਿਸ਼ਵਾਸ ਨੂੰ ਵੀ ਦੇਖਿਆ। ਅਸੀਂ ਜਾਣਿਆ ਕਿ ਇਹ ਉਹਨਾਂ ਦਾ ਵਿਸ਼ਵਾਸ ਹੀ ਸੀ ਜਿਸ ਕਰਕੇ ਉਸ ਅਧਰੰਗ ਦੇ ਮਰੀਜ਼ ਨੂੰ ਚੰਗਾਈ ਮਿਲੀ ਅਤੇ ਪ੍ਰਭੂ ਯਿਸੂ ਜੀ ਨੇ ਉਸ ਦੇ ਪਾਪਾਂ ਨੂੰ ਮਾਫ ਕਰ ਦਿੱਤਾ। ਦੋਸਤੋ, ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੂੰ ਇਸ ਧਰਤੀ ਦੇ ਉੱਤੇ ਮਨੁੱਖਾਂ ਦੇ ਪਾਪਾਂ ਨੂੰ ਮਾਫ ਕਰਨ ਦਾ ਅਧਿਕਾਰ ਹੈ। ਅੱਜ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਉੱਤੇ ਗੌਰ ਕਰਾਂਗੇ। ਅੱਜ ਅਸੀਂ ਯਿਸੂ ਜੀ ਦੇ ਅਖਤਿਆਰ ਦੇ ਚਮਤਕਾਰ ਅਤੇ ਉਹਨਾਂ ਦੀ ਮਾਫੀ ਦੇ ਚਮਤਕਾਰਾਂ ਬਾਰੇ ਗੱਲ ਕਰਾਂਗੇ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਸਾਡੇ ਅੱਜ ਦੇ ਅਧਿਐਨ ਦੇ ਲਈ? ਦੋਸਤੋ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਅੱਜ ਦੇ ਵਚਨ ਦੇ ਲਈ ਤਿਆਰ ਕਰੀਏ। ਇੱਥੇ ਇੱਕ ਤਰਕ ਹੈ। ਯਿਸੂ ਕਹਿ ਰਿਹਾ ਹੈ ਕਿ ਅਧਰੰਗੀ ਨੂੰ ਚੰਗਾ ਕਰਨਾ ਵੀ ਪਾਪ ਦੀ ਮਾਫੀ ਵਾਂਗ ਹੀ ਇੱਕ ਇਲਾਹੀ ਕੰਮ ਹੈ। ਅਤੇ ਇਹ ਵੀ ਸੱਚ ਹੈ ਕਿ ਕੋਈ ਬੰਦਾ ਆਪਣੇ ਮੂੰਹ ਵਿੱਚੋਂ ਸ਼ਬਦ ਬੋਲ ਕੇ ਉਸ ਅਧਰੰਗੀ ਮਨੁੱਖ ਨੂੰ ਚੰਗਾ ਨਹੀਂ ਸੀ ਕਰ ਸਕਦਾ ਅਤੇ ਨਾ ਮੂੰਹੋਂ ਸ਼ਬਦ ਬੋਲ ਕੇ ਉਸ ਦੇ ਪਾਪ ਮਾਫ ਕਰ ਸਕਦਾ ਸੀ, ਜਦੋਂ ਤੱਕ ਕਿ ਉਹ ਬੰਦਾ ਪਰਮੇਸ਼ਰ ਨਾ ਹੋਵੇ। ਅਤੇ ਜਦੋਂ ਉਹ ਮੂੰਹ ਨਾਲ ਬੋਲ ਕੇ ਉਸ ਅਧਰੰਗੀ ਨੂੰ ਮਾਫ ਕਰਦਾ ਹੈ ਕਿ ਤੇਰੇ ਪਾਪ ਮਾਫ ਹੋਏ, ਉਹਨਾਂ ਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਸੱਚ ਹੈ ਜਾਂ ਨਹੀਂ। ਪਰ ਜਦੋਂ ਉਹ ਉਸ ਵੱਲ ਮੁੜਦਾ ਹੈ ਅਤੇ ਕਹਿੰਦਾ ਹੈ, ਤੂੰ ਚੰਗਾ ਹੋ ਗਿਆ ਹੈ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ ਅਤੇ ਘਰ ਜਾ। ਅਤੇ ਉਹ ਬੰਦਾ ਉੱਠਿਆ, ਆਪਣੀ ਮੰਜੀ ਚੁੱਕੀ ਅਤੇ ਤੁਰ ਪਿਆ। ਅਤੇ ਉਸਨੇ ਨਾ ਸਿਰਫ ਆਪਣੇ ਚੰਗੇ ਹੋਣ ਦੀ ਤਸਦੀਕ ਕੀਤੀ ਪਰ ਆਪਣੀ ਮਾਫੀ ਦੀ ਵੀ। ਇਸ ਲਈ ਯਿਸੂ ਨੇ ਇਹ ਚਮਤਕਾਰ ਕੀਤਾ। ਕੋਈ ਕਹਿ ਸਕਦਾ ਹੈ, ਠੀਕ ਹੈ ਪਾਸਟਰ ਜਰਮੀਆ, ਕੀ ਤੂੰ ਜਾਣਦਾ ਹੈ ਯਿਸੂ ਨੂੰ ਉਸ ਬੰਦੇ ਨੂੰ ਪਹਿਲਾਂ ਚੰਗਾ ਕਰਨਾ ਚਾਹੀਦਾ ਅਤੇ ਫਿਰ ਉਸ ਨੂੰ ਮਾਫ ਕਰਨਾ ਚਾਹੀਦਾ ਸੀ। ਖੈਰ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ, ਇਸ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਲੋੜ ਕੀ ਸੀ? ਕੀ ਉਸ ਨੂੰ ਚੰਗਾ ਹੋਣ ਦੀ ਲੋੜ ਸੀ? ਉਹ ਹਾਂ। ਪਰ ਕੀ ਉਸ ਨੂੰ ਮਾਫ ਹੋਣ ਦੀ ਲੋੜ ਸੀ? ਬਿਲਕੁਲ ਸਹੀ। ਅਤੇ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਨਹੀਂ? ਜੇ ਇਸ ਬੰਦੇ ਨੂੰ ਚੰਗਾ ਕਰ ਦਿੱਤਾ ਜਾਂਦਾ ਪਰ ਮਾਫ ਨਾ ਕੀਤਾ ਜਾਂਦਾ ਤੇ ਉਹ ਤੰਦਰੁਸਤ ਹੋ ਕੇ ਨਰਕ ਵਿੱਚ ਚਲਾ ਜਾਂਦਾ। ਉਸ ਨੂੰ ਮਾਫ ਕੀਤਾ ਜਾਂਦਾ ਤੇ ਚੰਗਾ ਨਾ ਕੀਤਾ ਜਾਂਦਾ, ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਤਾਂ ਕਰਦਾ, ਪਰ ਉਸ ਕੋਲ ਨਵੀਂ ਜ਼ਿੰਦਗੀ ਸੀ ਜੋ ਉਸ ਨੂੰ ਪਰਮੇਸ਼ਰ ਨੇ ਦਿੱਤੀ ਸੀ ਅਤੇ ਉਹ ਉਸ ਦਾ ਆਨੰਦ ਸੰਦੀਪਕ ਕਾਲ ਤੱਕ ਮਾਣ ਸਕਦਾ ਸੀ। ਅਤੇ ਕੀ ਤੁਸੀਂ ਜਾਣਦੇ ਹੋ ਕਿ ਆਖਿਰਕਾਰ ਹਰ ਕੋਈ ਚੰਗਾ ਹੋ ਜਾਂਦਾ ਹੈ। ਇਸ ਲਈ ਆਖਿਰਕਾਰ ਉਸ ਨੇ ਚੰਗਾ ਹੋ ਜਾਣਾ ਸੀ, ਪਰ ਯਿਸੂ ਨੇ ਇਸ ਮਨੁੱਖ ਲਈ ਉਹ ਕੀਤਾ ਜਿਸ ਦੀ ਉਸ ਨੂੰ ਲੋੜ ਸੀ। ਯਿਸੂ ਨੇ ਉਸ ਦੀ ਸਭ ਤੋਂ ਵੱਡੀ ਲੋੜ ਨੂੰ ਵੇਖਿਆ। ਅਤੇ ਮੇਰੇ ਮਿੱਤਰੋ, ਅੱਜ ਮੈਂ ਨਹੀਂ ਜਾਣਦਾ ਕਿ ਤੁਹਾਡੀਆਂ ਲੋੜਾਂ ਕੀ ਹਨ। ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਹਨ, ਪਰ ਜੇ ਤੁਹਾਡੇ ਪਾਪ ਮਾਫ ਨਹੀਂ ਕੀਤੇ ਗਏ ਤਾਂ ਉਹ ਤੁਹਾਡੀ ਸਭ ਤੋਂ ਵੱਡੀ ਲੋੜ ਹੈ। ਅੱਜ ਦੁਨੀਆ ਵਿੱਚ ਤੁਹਾਡੀ ਸਭ ਤੋਂ ਵੱਡੀ ਲੋੜ ਤੁਹਾਡੇ ਪਾਪਾਂ ਦੀ ਮਾਫੀ ਹੈ। ਨਾ ਸਿਰਫ ਇਸ ਲਈ ਕਿ ਇਹ ਤੁਹਾਨੂੰ ਸਵਰਗ ਵਿੱਚ ਜਾਣ ਲਈ ਤਿਆਰ ਕਰਦੀ ਹੈ ਅਤੇ ਅੱਜ ਤੁਸੀਂ ਇਸ ਗੱਲ ਨੂੰ ਜਾਣ ਸਕਦੇ ਹੋ ਕਿ ਤੁਸੀਂ ਸਵਰਗ ਵਿੱਚ ਜਾ ਰਹੇ ਹੋ, ਪਰ ਇਸ ਲਈ ਕਿ ਤੁਸੀਂ ਬਾਕੀ ਦੀ ਬਚੀ ਜ਼ਿੰਦਗੀ ਇਹ ਜਾਣਦੇ ਹੋਏ ਗੁਜ਼ਾਰ ਸਕਦੇ ਹੋ ਕਿ ਤੁਹਾਡੇ ਪਾਪ ਮਾਫ ਹੋ ਚੁੱਕੇ ਹਨ। ਇਹ ਜਾਣਨਾ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਪਾਪ ਮਾਫ ਹੋ ਚੁੱਕੇ ਹਨ। ਇਹ ਮਨੁੱਖ ਉਸ ਦਿਨ ਉਸ ਘਰ ਵਿੱਚੋਂ ਪਾਪਾਂ ਦੀ ਮਾਫੀ ਪਾ ਕੇ ਗਿਆ। ਯਿਸੂ ਨੇ ਉਹਨਾਂ ਮਨੁੱਖਾਂ ਦੇ ਦਿਲਾਂ ਨੂੰ ਵੇਖਿਆ ਜਿਹੜੇ ਨੇਚਾ ਨਾਲ ਆਪਣੇ ਮਿੱਤਰ ਨੂੰ ਲੈ ਕੇ ਆਏ ਸਨ। ਉਸ ਨੇ ਉਸ ਅਧਰੰਗੀ ਦੇ ਦਿਲ ਨੂੰ ਵੇਖਿਆ ਜਿਸ ਨੂੰ ਮਾਫੀ ਦੀ ਲੋੜ ਸੀ ਅਤੇ ਉਸ ਨੇ
ਉਹਨਾਂ ਫਰੀਸੀਆਂ ਦੇ ਦਿਲਾਂ ਨੂੰ ਵੇਖਿਆ। ਮਿੱਤਰੋ, ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਯਿਸੂ ਸਾਡੇ ਦਿਲਾਂ ਨੂੰ ਵੇਖਦਾ ਹੈ। ਦੂਜਿਆਂ ਨੂੰ ਪ੍ਰਭਾਵਿਤ ਕਰਨਾ ਛੱਡ ਦਿਓ। ਆਪਣੀ ਪਤਨੀ ਨੂੰ, ਆਪਣੇ ਪਤੀ ਨੂੰ, ਆਪਣੇ ਬੱਚਿਆਂ ਨੂੰ ਪ੍ਰਭਾਵਿਤ ਕਰੋ, ਪਰ ਪਰਮੇਸ਼ਰ ਨੂੰ ਨਹੀਂ। ਪਹਿਲਾ ਇਤਿਹਾਸ 28 ਅਧਿਆਏ 9 ਐਤ ਕਹਿੰਦੀ ਹੈ, ਯਹੋਵਾ ਸਾਰਿਆਂ ਮਨਾਂ ਦੀ ਪ੍ਰੀਖਿਆ ਕਰਦਾ ਹੈ ਔਰ ਧਿਆਨ ਦੇ ਸਾਰੇ ਫਰਮਾਨਿਆਂ ਦਾ ਗਿਆਤ ਹੈ। ਜੇ ਤੂੰ ਉਸ ਨੂੰ ਖੋਜੇਗਾ ਤੇ ਉਹ ਤੈਨੂੰ ਲੱਭ ਜਾਵੇਗਾ, ਪਰ ਜੇ ਤੂੰ ਉਸ ਨੂੰ ਤਿਆਗ ਛੱਡੇਗਾ ਤਾਂ ਉਹ ਤੈਨੂੰ ਸੰਦੀਪਕ ਕਾਲ ਤੂੜੀ ਤਿਆਗ ਛੱਡੇਗਾ। ਜ਼ਬੂਰ 94 11 ਵਚਨ ਕਹਿੰਦਾ ਹੈ, ਯਹੋਵਾ ਆਤਮੇ ਦੀਆਂ ਸੋਚਾਂ ਨੂੰ ਜਾਣਦਾ ਹੈ। ਇਬਰਾਨੀਆਂ 4 ਅਧਿਆਏ 13 ਵਚਨ ਕਹਿੰਦਾ ਹੈ, ਅਤੇ ਸ੍ਰਿਸ਼ਟੀ ਦੀ ਕੋਈ ਵਸਤੂ ਉਸ ਤੋਂ ਲੁਕੀ ਹੋਈ ਨਹੀਂ, ਪਰ ਜਿਹਨੂੰ ਅਸਾਂ ਲੇਖਾ ਦੇਣਾ ਹੈ ਉਹਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤੂਆਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ। ਨੰਬਰ 2, ਯਸੂ ਦੇ ਇਖਤਿਆਰ ਦਾ ਚਮਤਕਾਰ। ਭਾਗ ਊੜਾ ਇਖਤਿਆਰ ਪ੍ਰਦਰਸ਼ ਹੋਇਆ। ਯਸੂ ਸਾਡੇ ਦਿਲਾਂ ਨੂੰ ਵੇਖਦਾ ਹੈ ਅਤੇ ਫਿਰ ਉਸ ਦੇ ਇਖਤਿਆਰ ਨੂੰ ਪ੍ਰਦਰਸ਼ ਹੁੰਦੇ ਵੇਖੋ। ਐਤ 11 ਅਤੇ 12, ਮੈਂ ਤੈਨੂੰ ਆਖਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚਲਿਆ ਜਾ। ਤਾਂ ਉਹ ਉੱਠਿਆ ਔਰ ਝੱਟ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਸਾਹਮਣੇ ਨਿਕਲ ਗਿਆ। ਇਹ ਬੰਦਾ ਯਸੂ ਕੋਲ ਮੰਜੀ ਤੇ ਲੇਟ ਕੇ ਆਇਆ ਸੀ ਅਤੇ ਯਸੂ ਕੋਲੋਂ ਆਪਣੀ ਮੰਜੀ ਚੁੱਕ ਕੇ ਗਿਆ। ਇਹ ਉਸ ਲਈ ਬਹੁਤ ਵਧੀਆ ਦਿਨ ਸੀ, ਹੈ ਕਿ ਨਹੀਂ? ਭਾਗ ਐੜਾ, ਸਬੂਤ ਵਿਖਾਇਆ ਗਿਆ। ਇਖਤਿਆਰ ਪ੍ਰਦਰਸ਼ ਹੋਇਆ ਅਤੇ ਫਿਰ ਗੌਰ ਕਰੋ, ਸਬੂਤ ਵਿਖਾਇਆ ਗਿਆ। ਇਹ ਚਮਤਕਾਰ ਦੀ ਪ੍ਰਤੀਕਿਰਿਆ ਵੇਖੋ। ਨੰਬਰ 1, ਉਹਨਾਂ ਦੀ ਪ੍ਰਤੀਕਿਰਿਆ। ਸਭ ਤੋਂ ਪਹਿਲਾਂ ਉਹਨਾਂ ਦੀ ਪ੍ਰਤੀਕਿਰਿਆ ਇਹ ਕਹਿੰਦਾ ਹੈ, ਤਦ ਉਹ ਸਭੇ ਦੰਗ ਹੋ ਗਏ। ਮੈਂ ਇਸ ਤਰ੍ਹਾਂ ਸੋਚਦਾ ਹਾਂ, ਬਾਈਬਲ ਕਹਿੰਦੀ ਹੈ ਉਹ ਸਭੇ ਦੰਗ ਹੋ ਗਏ। ਇਹ ਹੈ ਉਹਨਾਂ ਦੀ ਪ੍ਰਤੀਕਿਰਿਆ। ਨੰਬਰ 2, ਉਹਨਾਂ ਦਾ ਜਵਾਬ। ਉਹਨਾਂ ਦੇ ਜਵਾਬ ਤੇ ਗੌਰ ਕਰੋ ਅਤੇ ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ। ਕਿ ਇਹ ਦਿਲਚਸਪ ਨਹੀਂ ਹੈ? ਯਹੂਦੀ ਆਗੂ ਜੋ ਇਸ ਤੋਂ ਬਿਲਕੁਲ ਬਾਹਰ ਸਨ, ਜਿੱਥੋਂ ਤੱਕ ਉਸ ਸਮੇਂ ਵਿੱਚ ਆਤਮਿਕ ਤੌਰ ਤੇ ਚੱਲਣ ਦੀ ਗੱਲ ਹੈ, ਜਦੋਂ ਉਹਨਾਂ ਨੇ ਇਸ ਬੰਦੇ ਨੂੰ ਚੰਗਾ ਹੁੰਦੇ ਵੇਖਿਆ, ਉਹਨਾਂ ਨੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ। ਝੱਟ ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ। ਕਿ ਤੁਸੀਂ ਜਾਣਦੇ ਹੋ, ਬਾਈਬਲ ਕਹਿੰਦੀ ਹੈ ਕਿ ਜਦੋਂ ਅਸੀਂ ਸ਼ੁਭ ਕਰਮ ਕਰਦੇ ਹਾਂ ਤਾਂ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ। ਮੱਤੀ 5 ਅਧਿਆਏ 16 ਐਤ ਕਹਿੰਦੀ ਹੈ, ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਵਡਿਆਈ ਕਰਨ। ਨੰਬਰ 3, ਉਹਨਾਂ ਦਾ ਉੱਤਰ। ਉਹਨਾਂ ਦੀ ਪ੍ਰਤੀਕਿਰਿਆ ਇਹ ਸੀ ਕਿ ਉਹ ਸਭ ਦੰਗ ਹੋ ਗਏ। ਉਹਨਾਂ ਦਾ ਜਵਾਬ ਪਰਮੇਸ਼ਰ ਦੀ ਵਡਿਆਈ ਕਰਨਾ ਸੀ ਅਤੇ ਮੈਨੂੰ ਉਹਨਾਂ ਦਾ ਉੱਤਰ ਪਸੰਦ ਹੈ। ਉਹਨਾਂ ਨੇ ਕਿਹਾ, ਅਸਾਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ। ਕੀ ਇਹ ਮਹਾਨ ਗੱਲ ਨਹੀਂ ਹੈ? ਇਹ ਅਸਲੀ ਮਨੁੱਖੀ ਸ਼ਬਦ ਹੈ। ਇਹ ਹੈ ਹਿੰਮਤ ਨਾਲ ਉੱਤਰ ਦੇਣਾ, ਹੈ ਕਿ ਨਹੀਂ? ਅਸਾਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਵੇਖੀ। ਕੀ ਤੁਸੀਂ ਜਾਣਦੇ ਹੋ ਕਿ ਯਸੂ ਜਿੱਥੇ ਕਿਤੇ ਜਾਂਦਾ ਸੀ, ਉੱਥੇ ਲੋਕਾਂ ਕੋਲੋਂ ਹਮੇਸ਼ਾ ਇਹੋ ਜਿਹੇ ਬਿਆਨ ਸੁਣਦੇ ਸੀ। ਲੂਕਾ ਸਾਨੂੰ ਦੱਸਦਾ ਹੈ, ਲੂਕਾ 5 ਦੇ 26 ਐਤ ਵਿੱਚ, ਉਹ ਸਭੇ ਵੱਡੇ ਹੈਰਾਨ ਹੋ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ਔਰ ਅਤ ਪੈਮਾਨ ਹੋ ਕੇ ਬੋਲੇ, ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ। ਜਦੋਂ ਯਸੂ ਚਮਤਕਾਰ ਕਰਦਾ ਸੀ, ਲੋਕ ਨਹੀਂ ਜਾਣਦੇ ਸਨ ਕਿ ਕੀ ਕਹੀਏ। ਇੱਕ ਵਾਰ ਉਸਨੇ ਇੱਕ ਅੰਨੇ ਦੀਆਂ ਅੱਖਾਂ ਖੋਲੀਆਂ ਅਤੇ ਯਹੂਨਾ 9 ਦੇ 32 ਐਤ ਕਹਿੰਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਕਿਹਾ, ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਸੇ ਨੇ ਜਮਾਂਦਰੂ ਅੰਨੇ ਦੀਆਂ ਅੱਖੀਆਂ ਖੋਲੀਆਂ ਹੋਣਗੀਆਂ। ਇੱਕ ਹੋਰ ਮੌਕੇ ਉਸਨੇ ਕਿਸੇ ਵਿੱਚੋਂ ਭੂਤ ਕੱਢਿਆ ਅਤੇ ਮੱਤੀ 9 ਦੇ 33 ਐਤ ਕਹਿੰਦੀ ਹੈ, ਅਤੇ ਜਦ ਭੂਤ ਕੱਢਿਆ ਗਿਆ ਤਦ ਗੂੰਗਾ ਬੋਲਣ ਲੱਗ ਪਿਆ ਅਤੇ ਭੀੜ ਅਚਰਜ ਮੰਨ ਕੇ ਆਖਣ ਲੱਗੀ, ਭਾਈ ਇਸਰਾਏਲ ਵਿੱਚ ਇਸ ਪ੍ਰਕਾਰ ਕਦੇ ਨਹੀਂ ਵੇਖਿਆ। ਯਸੂ ਉਹ ਕੰਮ ਕਰਦਾ ਸੀ ਜੋ ਹਾਲੇ ਤੱਕ ਕਿਸੇ ਨੇ ਨਹੀਂ ਕੀਤਾ ਹੁੰਦਾ ਸੀ, ਕਿਉਂਕਿ ਉਸ ਨੂੰ ਹੀ ਚਮਤਕਾਰ ਜਿਹਾ ਕਿਹਾ ਜਾਂਦਾ ਸੀ। ਚਮਤਕਾਰ ਆਮ ਚੀਜ਼ ਵਿੱਚ ਦਖਲ ਅੰਦਾਜ਼ੀ ਕਰਨਾ ਹੈ ਅਤੇ ਯਸੂ ਚਮਤਕਾਰ ਕਰਨ ਵਾਲਾ ਸੀ। ਨੰਬਰ 3, ਯਸੂ ਦੀ ਮਾਫੀ ਦਾ ਚਮਤਕਾਰ। ਅਤੇ ਫਿਰ ਅਸੀਂ ਅਖੀਰ ਵਿੱਚ ਯਸੂ ਦੀ ਮਾਫੀ ਦਾ ਚਮਤਕਾਰ ਵੱਲ ਆਉਂਦੇ ਹਾਂ। ਐਤ 5, ਅਤੇ ਯਸੂ ਨੇ ਉਹਨਾਂ ਦੀ ਨੇਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ। ਯਸੂ ਜਾਣਦਾ ਸੀ ਕਿ ਇਸ ਮਨੁੱਖ ਦੀ ਸਭ ਤੋਂ ਵੱਡੀ ਲੋੜ ਉਸਦੇ ਪਾਪ ਦਾ ਮਾਫ ਕੀਤੇ ਜਾਣਾ ਸੀ। ਹੁਣ ਜਦ ਕਿ ਅਸੀਂ ਇਸ ਚਮਤਕਾਰ ਨੂੰ ਵੇਖ ਚੁੱਕੇ ਹਾਂ ਅਤੇ ਮੈਂ ਇਸ ਦਾ ਮਰਕਸ ਵਾਂਗ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤਾ ਹੈ, ਜਿੰਨੀ ਛੇਤੀ ਹੋ ਸਕਿਆ ਸਾਰੀ ਜਾਣਕਾਰੀ ਦਿੱਤੀ
ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਮੈਂ ਆਪਣੇ ਲਈ ਇਸ ਕਹਾਣੀ ਦੇ ਮਹੱਤਵ ਨੂੰ ਵੇਖੀਏ। ਦੋ ਪ੍ਰਸੰਗਿਕਤਾ। ਇਸ ਕਹਾਣੀ ਵਿੱਚ ਦੋ ਪ੍ਰਸੰਗਿਕਤਾ ਹੈ ਜੋ ਬਹੁਤ ਹੀ ਸਪਸ਼ਟ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਯਿਸੂ ਬਿਨਾਂ ਕਿਸੇ ਮਕਸਦ ਦੇ ਕੋਈ ਚਮਤਕਾਰ ਨਹੀਂ ਕਰਦਾ ਸੀ, ਅਤੇ ਮਕਸਦ ਸਿਰਫ ਉਸੇ ਲਈ ਹੀ ਨਹੀਂ ਸੀ ਜਿਸ ਤੇ ਇਹ ਚਮਤਕਾਰ ਕੀਤਾ ਗਿਆ। ਇਹ ਚਮਤਕਾਰ ਦਾ ਮਕਸਦ ਸਾਡੇ ਸਾਰਿਆਂ ਲਈ ਸੀ ਜਿਨ੍ਹਾਂ ਨੇ ਇਸ ਕਹਾਣੀ ਨੂੰ ਬਾਅਦ ਵਿੱਚ ਪੜ੍ਹਨਾ ਸੀ। ਨੰਬਰ 1, ਅਧਰੰਗੀ ਅਤੇ ਪਾਪ ਦੀ ਤਸਵੀਰ। ਪਹਿਲੀ ਗੱਲ ਜੋ ਤੁਸੀਂ ਆਪਣੀਆਂ ਕਾਪੀਆਂ ਵਿੱਚ ਲਿਖਣੀ ਚਾਹੋਗੇ, ਜੇ ਤੁਸੀਂ ਲਿਖ ਰਹੇ ਹੋ, ਤਾਂ ਉਹ ਹੈ ਅਧਰੰਗੀ ਅਤੇ ਪਾਪ ਦੀ ਤਸਵੀਰ, ਜੋ ਇਸ ਵਿੱਚ ਪ੍ਰਮੁੱਖ ਹੈ। ਅਧਰੰਗੀ ਅਤੇ ਪਾਪ ਦੀ ਤਸਵੀਰ। ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਕਿਵੇਂ ਇਹ ਮਨੁੱਖ ਸਾਡੇ ਲਈ ਇੱਕ ਉਦਾਹਰਣ ਹੈ ਕਿ ਮਸੀਹ ਤੋਂ ਬਗੈਰ ਅਸੀਂ ਕਿਸ ਤਰ੍ਹਾਂ ਦੇ ਹਾਂ। ਇਹ ਮਨੁੱਖ ਜਿਹੜਾ ਯਿਸੂ ਕੋਲ ਲਿਆਂਦਾ ਗਿਆ, ਸਾਡੇ ਸਾਰਿਆਂ ਲਈ ਪਾਪ ਦੀ ਇੱਕ ਤਸਵੀਰ ਹੈ। ਉਹ ਬੇਸਹਾਰਾ ਸੀ। ਉਹ ਆਪਣੀ ਬਿਮਾਰੀ ਦੇ ਇਲਾਜ ਲਈ ਆਪ ਕੁਝ ਨਹੀਂ ਸੀ ਕਰ ਸਕਦਾ। ਉਹ ਸਗੋਂ ਯਿਸੂ ਕੋਲ ਵੀ ਆਪਣੇ ਆਪ ਨਹੀਂ ਸੀ ਜਾ ਸਕਦਾ, ਜਦੋਂ ਤੱਕ ਕੋਈ ਉਸ ਨੂੰ ਲੈ ਕੇ ਜਾਂਦਾ। ਉਸ ਵਿੱਚ ਸਾਮਰਥ ਨਹੀਂ ਸੀ। ਜਿਵੇਂ ਸਾਡੇ ਅੰਦਰ ਵੀ ਮਸੀਹ ਤੋਂ ਬਗੈਰ ਸ਼ਕਤੀ ਨਹੀਂ ਹੁੰਦੀ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਉਸ ਕਿਸਮ ਦੇ ਹਨ ਜੋ ਹਮੇਸ਼ਾ ਉਹਨਾਂ ਕੰਮਾਂ ਨੂੰ ਕਰਨ ਦੇ ਯੋਗ ਹੋਏ ਜਿਨ੍ਹਾਂ ਨੂੰ ਕਰਨ ਦੀ ਲੋੜ ਹੁੰਦੀ ਹੈ। ਅਸੀਂ ਹਮੇਸ਼ਾ ਕਰਨ ਵਾਲੇ ਹੁੰਦੇ ਹਾਂ ਅਤੇ ਅਸੀਂ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਵੱਧਦੇ ਜਾਂਦੇ ਹਾਂ। ਇਹ ਸਵੀਕਾਰ ਕਰਨਾ ਸੱਚਮੁੱਚ ਇੱਕ ਅਨੋਖੀ ਅਤੇ ਗੰਭੀਰ ਗੱਲ ਹੈ ਕਿ ਜਦੋਂ ਪਰਮੇਸ਼ਰ ਨੂੰ ਜਾਣਨ ਦੀ ਗੱਲ ਆਉਂਦੀ ਹੈ, ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਨਹੀਂ ਕਰ ਸਕਦੇ। ਅਸੀਂ ਪਰਮੇਸ਼ਰ ਨਾਲ ਰਿਸ਼ਤਾ ਬਣਾਉਣ ਵਿੱਚ ਬੇਸਹਾਰਾ ਹੁੰਦੇ ਹਾਂ। ਜੇ ਪਰਮੇਸ਼ਰ ਸਾਡੇ ਕੋਲ ਨਾ ਪਹੁੰਚੇ ਅਤੇ ਸਾਡੇ ਦਿਲਾਂ ਵਿੱਚ ਕੁਝ ਚਮਤਕਾਰ ਕੰਮ ਕਰੇ, ਇਹ ਮਨੁੱਖ ਬੇਸਹਾਰਾ ਸੀ। ਕੀ ਤੁਸੀਂ ਜਾਣਦੇ ਹੋ ਕਿ ਰੋਮੀਆਂ 5:6 ਐਤ ਕੀ ਕਹਿੰਦੀ ਹੈ? ਜਦੋਂ ਅਸੀਂ ਨਿਰਬਲ ਹੀ ਸਾਂ, ਤਦੋਂ ਮਸੀਹ ਬੇਲੇ ਸਿਰ ਕੁਤਰਬੀਆਂ ਲਈ ਮੋਇਆ। ਇਹ ਮਨੁੱਖ ਅਸੀਨਤਾ ਦੀ ਤਸਵੀਰ ਹੈ, ਪਰ ਹੁਣ ਸਾਡੇ ਲਈ ਅਸੀਨਤਾ ਦੀ ਤਸਵੀਰ ਵੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਮੁਕਤੀ ਲਈ ਮਸੀਹ ਕੋਲ ਆਈਏ, ਸਾਡੇ ਅੰਦਰ ਉਸ ਕੋਲ ਆਉਣ ਦੀ ਕੋਈ ਯੋਗਤਾ ਨਹੀਂ ਹੈ। ਪਰਮੇਸ਼ਰ ਨੂੰ ਸਾਡੇ ਦਿਲਾਂ ਵਿੱਚ ਕੁਝ ਕਰਨਾ ਪੈਂਦਾ ਹੈ, ਜਿਵੇਂ ਯਿਸੂ ਨੇ ਉਸ ਦਿਨ ਉਸ ਅਧਰੰਗੀ ਦੇ ਦਿਲ ਵਿੱਚ ਕੀਤਾ। ਉਹ ਬੇਸਹਾਰਾ ਸੀ, ਪਰ ਉਹ ਆਸਹੀਣ ਵੀ ਸੀ। ਉਸ ਵਿਚਾਰੇ ਮਨੁੱਖ ਬਾਰੇ ਸੋਚੋ ਜਿਹੜਾ ਹਰ ਰੋਜ਼ ਸਵੇਰੇ ਉੱਠਦਾ ਸੀ। ਖੈਰ, ਉਹ ਉੱਠ ਕੇ ਚੱਲਦਾ ਫਿਰਦਾ ਨਹੀਂ ਸੀ, ਕਿਉਂਕਿ ਉਹ ਚੱਲ ਫਿਰ ਨਹੀਂ ਸੀ ਸਕਦਾ, ਪਰ ਹਰ ਰੋਜ਼ ਸਵੇਰੇ ਉੱਠਦਾ ਸੀ। ਮੰਜੀ ਤੇ ਲੇਟੇ ਲੇਟੇ ਉਹ ਸੋਚਦਾ ਸੀ ਕਿ ਅੱਜ ਦਾ ਦਿਨ ਵੀ ਬੀਤੇ ਕੱਲ ਵਰਗਾ ਹੀ ਹੈ, ਅਤੇ ਪਹਿਲਾ ਦਿਨ ਵਾਂਗ ਵੀ, ਅਤੇ ਆਉਣ ਵਾਲਾ ਦਿਨ ਵੀ ਬੀਤੇ ਦਿਨਾਂ ਵਰਗਾ ਹੀ ਹੋਵੇਗਾ, ਕਿਉਂਕਿ ਉਸ ਨੂੰ ਕੋਈ ਆਸ ਨਹੀਂ ਸੀ ਅਤੇ ਕੁਝ ਵੀ ਅਜਿਹਾ ਨਹੀਂ ਸੀ ਜੋ ਉਸ ਦੀ ਜ਼ਿੰਦਗੀ ਬਦਲ ਸਕਦਾ ਸੀ। ਅਤੇ ਤੁਹਾਡੇ ਵਿੱਚੋਂ ਅੱਜ ਕੁਝ ਲੋਕ ਉਸ ਵਰਗੇ ਹਨ, ਕੁਝ ਸਰੀਰਕ ਤੌਰ ਤੇ, ਪਰ ਬਹੁਤ ਸਾਰੇ ਆਤਮਿਕ ਤੌਰ ਤੇ। ਤੁਸੀਂ ਭਵਿੱਖ ਵਿੱਚ ਵੇਖਦੇ ਹੋ ਅਤੇ ਇਹ ਤੁਹਾਨੂੰ ਧੁੰਦਲਾ ਨਜ਼ਰ ਆਉਂਦਾ ਹੈ, ਅਤੇ ਬੀਤੇ ਅਨੁਭਵ ਤੋਂ ਤੁਸੀਂ ਕਹਿੰਦੇ ਹੋ, ਮੈਂ ਨਹੀਂ ਜਾਣਦਾ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਬਦਲੇਗਾ ਕਿ ਨਹੀਂ। ਮੇਰੀ ਜ਼ਿੰਦਗੀ ਨਹੀਂ ਬਦਲ ਸਕਦੀ। ਪਰ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਵੇਂ ਯਿਸੂ ਨੇ ਅਧਰੰਗੀ ਦੇ ਬੇਸਹਾਰਨ ਨੂੰ ਛੂਹਿਆ ਅਤੇ ਜਿਵੇਂ ਉਸ ਨੇ ਉਸ ਅਧਰੰਗੀ ਦੀ ਅਸੀਨਤਾ ਨੂੰ ਬਦਲ ਦਿੱਤਾ, ਯਿਸੂ ਆਤਮਿਕ ਤੌਰ ਤੇ ਤੁਹਾਡੇ ਬੇਸਹਾਰੇਪਨ ਅਤੇ ਅਸੀਨਤਾ ਨੂੰ ਬਦਲਣਾ ਅਤੇ ਤੁਹਾਨੂੰ ਇੱਕ ਨਵੇਂ ਰਾਹ ਤੇ ਪਾਉਣਾ ਚਾਹੁੰਦਾ ਹੈ। ਯਿਸੂ ਉਹਨਾਂ ਮਰਦਾਂ ਅਤੇ ਔਰਤਾਂ ਨੂੰ ਜੋ ਸਮਰਥਹੀਨ ਹਨ ਲੱਭੇਗਾ ਅਤੇ ਉਹਨਾਂ ਨੂੰ ਸ਼ਕਤੀ ਦੇਵੇਗਾ। ਉਹ ਉਹਨਾਂ ਮਰਦਾਂ ਜਾਂ ਔਰਤਾਂ ਜਾਂ ਮੁੰਡੇ ਜਾਂ ਕੁੜੀਆਂ ਜਾਂ ਜਵਾਨਾਂ ਨੂੰ ਜੋ ਆਸਹੀਨ ਹਨ ਲੱਭੇਗਾ ਅਤੇ ਉਹਨਾਂ ਦੇ ਦਿਲਾਂ ਵਿੱਚ ਇੱਕ ਬਲ ਦੀ ਆਸ ਪਾਵੇਗਾ, ਜੋ ਉਹਨਾਂ ਦੀ ਬਾਕੀ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਸੰਭਾਲੇਗੀ ਅਤੇ ਸਿੱਧੀ ਸਵਰਗ ਵਿੱਚ ਲੈ ਕੇ ਜਾਵੇਗੀ। ਜੇ ਤੁਸੀਂ ਪਰਮੇਸ਼ਰ ਨਾਲ ਆਪਣੀ ਚਾਲ ਵਿੱਚ ਖੁਦ ਨੂੰ ਬੇਸਹਾਰਾ ਜਾਂ ਆਸਹੀਨ ਮਹਿਸੂਸ ਕਰਦੇ ਹੋ, ਤਾਂ ਤੁਸੀਂ ਪਰਮੇਸ਼ਰ ਦੇ ਉਮੀਦਵਾਰ ਹੋ। ਉਹ ਉਹਨਾਂ ਨੂੰ ਲੈਣਾ ਚਾਹੁੰਦਾ ਹੈ ਜਿਹੜੇ ਆਪਣੀ ਮਦਦ ਆਪ ਨਹੀਂ ਕਰ ਸਕਦੇ, ਜੋ ਕਿ ਸਾਡੇ ਸਭਨਾਂ ਲਈ ਸੱਚ ਹੈ, ਅਤੇ ਉਹਨਾਂ ਦੀ ਜ਼ਿੰਦਗੀ ਅੰਦਰ ਆਪਣਾ ਆਤਮਾ ਪਾਉਂਦਾ ਹੈ ਅਤੇ ਉਹਨਾਂ ਨੂੰ ਉਹ ਦਿੰਦਾ ਹੈ ਜਿਸ ਦੀ ਉਹਨਾਂ ਨੂੰ ਘਾਟ ਹੁੰਦੀ ਹੈ। ਨੰਬਰ 2, ਮਿੱਤਰਾਂ ਨੂੰ ਯਿਸੂ ਕੋਲ ਲੈ ਕੇ ਆਉਣ ਦਾ ਮੌਕਾ। ਅਧਰੰਗੀ ਅਤੇ ਪਾਪ ਦੀ ਤਸਵੀਰ। ਦੂਜੀ ਗੱਲ ਤੇ ਗੌਰ ਕਰੋ। ਇਹ ਕਹਾਣੀ ਸਾਨੂੰ ਸਾਡੇ ਮਿੱਤਰਾਂ ਨੂੰ ਯਿਸੂ ਕੋਲ ਲੈ ਕੇ ਆਉਣ ਦੇ ਮੌਕੇ ਬਾਰੇ ਸਿਖਾਉਂਦੀ ਹੈ। ਇਸ ਕਹਾਣੀ ਵਿੱਚ 4 ਮਨੁੱਖ ਸਾਨੂੰ ਵਿਖਾਉਂਦੇ ਹਨ ਕਿ ਅਸੀਂ ਕਿਵੇਂ ਉਹਨਾਂ ਲਈ ਇੱਕ ਪ੍ਰੇਰਣਾ ਬਣ ਸਕਦੇ ਹਾਂ ਜਿਹੜੇ ਯਿਸੂ ਨੂੰ ਨਹੀਂ ਜਾਣਦੇ ਹਨ।
ਅਸੀਂ ਉਹਨਾਂ ਨੂੰ ਬਚਾ ਨਹੀਂ ਸਕਦੇ, ਪਰ ਅਸੀਂ ਉਹਨਾਂ ਨੂੰ ਮੁਕਤੀਦਾਤਾ ਕੋਲ ਲਿਆ ਸਕਦੇ ਹਾਂ। ਅਸੀਂ ਉਹਨਾਂ ਦੇ ਪਾਪ ਦੀ ਬਿਮਾਰੀ ਦਾ ਇਲਾਜ ਨਹੀਂ ਕਰ ਸਕਦੇ, ਪਰ ਅਸੀਂ ਉਹਨਾਂ ਨੂੰ ਉਸ ਨਾਲ ਮਿਲਾ ਸਕਦੇ ਹਾਂ ਜਿਹੜਾ ਉਹਨਾਂ ਨੂੰ ਮਾਫ਼ ਕਰ ਸਕਦਾ ਹੈ। ਸ਼ਾਇਦ ਅਸੀਂ ਉਹਨਾਂ ਨੂੰ ਗਵਾਹੀ ਨਾ ਦਈਏ ਅਤੇ ਉਹਨਾਂ ਨੂੰ ਸੁਸਮਾਚਾਰ ਨਾ ਸੁਣਾਈਏ, ਪਰ ਅਸੀਂ ਉਹਨਾਂ ਨੂੰ ਉਸ ਕੋਲ ਲਿਆ ਸਕਦੇ ਹਾਂ ਜਿਹੜਾ ਇਹ ਕਰ ਸਕਦਾ ਹੈ। ਅਸੀਂ ਕਿਸੇ ਦੀ ਜ਼ਿੰਦਗੀ ਤੇ ਪ੍ਰਭਾਵ ਪਾ ਸਕਦੇ ਹਾਂ, ਉਹਨਾਂ 4 ਮਨੁੱਖਾਂ ਵਾਂਗ ਜਿਹੜੇ ਉਸ ਅਧਰੰਗੀ ਨੂੰ ਯਿਸੂ ਕੋਲ ਲੈ ਕੇ ਆਏ। ਭਾਗ ਊੜਾ, ਅਸੀਂ ਉਹਨਾਂ ਨੂੰ ਸਿਫਾਰਸ਼ੀ ਪ੍ਰਾਰਥਨਾ ਰਾਹੀਂ ਯਿਸੂ ਕੋਲ ਲਿਆਉਂਦੇ ਹਾਂ। ਹੁਣ ਸਾਡੀ ਵਾਰੀ ਹੈ। ਇਹ ਸਾਡਾ ਮੌਕਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਲਿਆਈਏ ਜਿਹੜੇ ਸਾਡੇ ਮੁਕਤੀਦਾਤਾ ਨੂੰ ਨਹੀਂ ਜਾਣਦੇ ਹਨ, ਅਤੇ ਉਹਨਾਂ ਨੂੰ ਯਿਸੂ ਕੋਲ ਲੈ ਕੇ ਜਾਈਏ। ਅਸੀਂ ਉਹਨਾਂ ਨੂੰ ਸਾਡੀ ਸਿਫਾਰਸ਼ੀ ਪ੍ਰਾਰਥਨਾ ਰਾਹੀਂ ਯਿਸੂ ਕੋਲ ਲਿਆਉਂਦੇ ਹਾਂ। ਅਸੀਂ ਆਪਣੇ ਮਿੱਤਰਾਂ ਨੂੰ ਪ੍ਰਾਰਥਨਾ ਰਾਹੀਂ ਕਿਰਪਾ ਦੇ ਸਿਆਸਨ ਕੋਲ ਲੈ ਕੇ ਆਉਂਦੇ ਹਾਂ। ਅਸੀਂ ਉਹਨਾਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਉਹਨਾਂ ਨੂੰ ਪ੍ਰਾਰਥਨਾ ਕਰਦੇ ਹਾਂ ਅਤੇ ਉਹਨਾਂ ਦੀ ਮੁਕਤੀ ਲਈ ਬੇਨਤੀ ਕਰਦੇ ਹਾਂ, ਅਸੀਂ ਉਹਨਾਂ ਨੂੰ ਯਿਸੂ ਕੋਲ ਲੈ ਕੇ ਆਉਂਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰੇ ਬੀਤੇ ਸਮੇਂ ਵਿੱਚ ਇਹ ਕਰ ਚੁੱਕੇ ਹਨ। ਸ਼ਾਇਦ ਅਸੀਂ ਇਹ ਹੁਣ ਵੀ ਕਰ ਰਹੇ ਹਾਂ। ਤੁਹਾਡਾ ਕੋਈ ਹੈ ਜਿਸ ਦੀ ਤੁਸੀਂ ਬਹੁਤ ਜ਼ਿਆਦਾ ਪਰਵਾਹ ਕਰਦੇ ਹੋ, ਅਤੇ ਮੈਂ ਕਲਪਨਾ ਕਰਦਾ ਹਾਂ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤਾਂ ਉਸ ਸ਼ਖਸ ਦਾ ਨਾਮ ਤੁਹਾਡੀ ਪ੍ਰਾਰਥਨਾ ਵਿੱਚ ਆ ਜਾਂਦਾ ਹੈ, ਕਿਉਂਕਿ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਕਿ ਉਹ ਸ਼ਖਸ ਕਿਸੇ ਨਾ ਕਿਸੇ ਤਰ੍ਹਾਂ ਮਸੀਹ ਵਿੱਚ ਆ ਜਾਵੇ, ਪਰ ਤੁਸੀਂ ਉਹਨਾਂ ਲਈ ਪ੍ਰਾਰਥਨਾ ਕਰਦੇ ਹੋ। ਭਾਗ ਐੜਾ, ਅਸੀਂ ਗੱਲਬਾਤ ਰਾਹੀਂ ਉਹਨਾਂ ਨੂੰ ਯਿਸੂ ਕੋਲ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲੀ ਗੱਲ ਹੈ, ਤੁਸੀਂ ਲੋਕਾਂ ਨੂੰ ਸਿਫਾਰਸ਼ੀ ਪ੍ਰਾਰਥਨਾ ਰਾਹੀਂ ਯਿਸੂ ਕੋਲ ਲੈ ਕੇ ਆਉਂਦੇ ਹੋ, ਅਤੇ ਫਿਰ ਕਈ ਵਾਰ ਤੁਸੀਂ ਗੱਲਬਾਤ ਰਾਹੀਂ ਉਹਨਾਂ ਨੂੰ ਯਿਸੂ ਕੋਲ ਲੈ ਕੇ ਆਉਂਦੇ ਹੋ। ਹਾਂ, ਜਦੋਂ ਤੁਹਾਡੇ ਕੋਲ ਉਹਨਾਂ ਨੂੰ ਇਹ ਦੱਸਣ ਦਾ ਮੌਕਾ ਹੁੰਦਾ ਹੈ ਕਿ ਯਿਸੂ ਤੁਹਾਡੇ ਲਈ ਕੀ ਮਹੱਤਤਾ ਰੱਖਦਾ ਹੈ, ਅਤੇ ਤੁਸੀਂ ਕਿਵੇਂ ਉਸ ਨੂੰ ਪਿਆਰ ਕਰਦੇ ਹੋ, ਅਤੇ ਉਹ ਤੁਹਾਨੂੰ ਕਿਵੇਂ ਪਿਆਰ ਕਰਦਾ ਹੈ। ਜਦੋਂ ਤੁਸੀਂ ਗੱਲਬਾਤ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਉਹਨਾਂ ਨੂੰ 4 ਆਤਮਿਕ ਨਿਯਮ ਜਾਂ ਰੋਮੀ ਰਾਹ ਜਾਂ ਸੁਸਮਾਚਾਰ ਵਿਸਫੋਟ ਜਾਂ ਕਿਸੇ ਹੋਰ ਫਾਰਮੂਲੇ ਬਾਰੇ ਦੱਸਣ ਦੀ ਲੋੜ ਨਹੀਂ ਹੈ। ਸਿਰਫ ਉਹਨਾਂ ਨੂੰ ਉਹ ਦੱਸੋ ਜੋ ਯਿਸੂ ਨੇ ਤੁਹਾਡੇ ਲਈ ਕੀਤਾ ਹੈ, ਅਤੇ ਤੁਹਾਡੀ ਗੱਲਬਾਤ ਰਾਹੀਂ, ਤੁਹਾਡੀ ਜ਼ਿੰਦਗੀ ਅਤੇ ਚਾਲ ਚੱਲਣ ਰਾਹੀਂ ਉਹ ਆਪਣੇ ਅੰਦਰ ਵੇਖਣਗੇ ਕਿ ਉਹਨਾਂ ਵਿੱਚ ਕਿਸੇ ਚੀਜ਼ ਦੀ ਕਮੀ ਹੈ। ਭਾਗ ਈੜੀ, ਅਸੀਂ ਉਹਨਾਂ ਨੂੰ ਸੱਦੇ ਰਾਹੀਂ ਯਿਸੂ ਕੋਲ ਲੈ ਕੇ ਆਉਂਦੇ ਹਾਂ। ਪਰ ਤੀਜੀ ਗੱਲ, ਅਤੇ ਮੈਂ ਅੱਜ ਆਪਣੇ ਸੰਦੇਸ਼ ਦੇ ਆਖਰੀ ਪਲ ਇਸ ਗੱਲ ਦੇ ਕੇਂਦਰਿਤ ਕਰਨਾ ਚਾਹੁੰਦਾ ਹਾਂ, ਅਸੀਂ ਆਪਣੇ ਮਿੱਤਰਾਂ ਨੂੰ ਸੱਦੇ ਰਾਹੀਂ ਯਿਸੂ ਕੋਲ ਲੈ ਕੇ ਆਉਂਦੇ ਹਾਂ। ਆਓ ਵਿਵਹਾਰਿਕ ਬਣੀਏ। ਜਿਵੇਂ ਉਹਨਾਂ 4 ਮਨੁੱਖਾਂ ਨੇ ਆਪਣੇ ਮਿੱਤਰ ਨੂੰ ਚੁੱਕ ਕੇ ਉਸ ਥਾਂ ਤੇ ਲਿਆਂਦਾ ਜਿੱਥੇ ਯਿਸੂ ਸੀ, ਅਸੀਂ ਆਪਣੇ ਮਿੱਤਰਾਂ ਨੂੰ ਗਿਰਜੇ ਵਿੱਚ ਲਿਆ ਕੇ ਸਕਦੇ ਹਾਂ, ਜਿੱਥੇ ਉਹ ਪਰਮੇਸ਼ਰ ਦਾ ਵਚਨ ਅਤੇ ਮੁਕਤੀ ਬਾਰੇ ਸੁਣ ਸਕਦੇ ਹਨ। ਉਹ ਵਿਚਾਰਾ ਮਨੁੱਖ ਜਿਹੜਾ ਉਸ ਦਿਨ ਯਿਸੂ ਕੋਲ ਆਇਆ, ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਬਦਲ ਸਕਦਾ ਜੇ ਉਹ 4 ਮਨੁੱਖ ਨਾ ਹੁੰਦੇ ਜਿਹੜੇ ਉਸ ਨੂੰ ਪਿਆਰ ਕਰਦੇ ਸਨ ਅਤੇ ਉਸ ਨੂੰ ਯਿਸੂ ਕੋਲ ਲੈ ਕੇ ਆਏ। ਅਤੇ ਜਿੱਥੇ ਅਸੀਂ ਰਹਿੰਦੇ ਹਾਂ ਅਤੇ ਕੰਮ ਕਰਦੇ ਹਾਂ, ਉੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਆਤਮਿਕ ਤੌਰ ਤੇ ਇਸੇ ਹੀ ਹਾਲਤ ਵਿੱਚ ਹਨ। ਉਹਨਾਂ ਨੂੰ ਲੋੜ ਹੈ ਕਿ ਕੋਈ ਉਹਨਾਂ ਦੀ ਪਰਵਾਹ ਕਰੇ। ਤੁਸੀਂ ਜਾਣਦੇ ਹੋ, ਜਦੋਂ ਸਾਡੇ ਇੱਥੇ ਬਪਤਿਸਮੇ ਹੁੰਦੇ ਹਨ ਤਾਂ ਮੈਂ ਸੱਚਮੁੱਚ ਸੁਚੇਤ ਰਹਿ ਕੇ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਨਿਰੀਖਣ ਕੀਤਾ ਹੈ। ਮੈਂ ਨਿਰੀਖਣ ਕੀਤਾ ਹੈ, ਹਰ ਕੋਈ ਯਿਸੂ ਕੋਲ ਇਸ ਲਈ ਆਉਂਦਾ ਹੈ ਕਿਉਂਕਿ ਕੋਈ ਨਾ ਕੋਈ ਉਹਨਾਂ ਨੂੰ ਸੱਦਾ ਦਿੰਦਾ ਹੈ। ਮੈਂ ਤੁਹਾਡੇ ਨਾਲ ਕੁਝ ਗਵਾਹੀਆਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਜੋ ਮੈਂ ਸਾਡੇ ਬਪਤਿਸਮੇ ਦੇਣ ਵਾਲੇ ਚੁਬੱਜੇ ਵਿੱਚ ਸੁਣੀਆਂ ਹਨ। ਮੈਂ ਸੋਚਦਾ ਹਾਂ, ਸਵਰਗ ਦੀ ਕਹਾਣੀ ਬਹੁਤ ਵਧੀਆ ਹੈ ਜੋ ਲੋਕਾਂ ਨੂੰ ਮੌਤ ਤੋਂ ਬਾਅਦ ਜ਼ਿੰਦਗੀ ਦੀ ਝੂਠੀ ਆਸ ਦਿੰਦੀ ਹੈ। ਚੀਜ਼ਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਮੈਂ ਮੇਰੀ ਜ਼ਿੰਦਗੀ ਖੁਦ ਦੇ ਇਰਦ-ਗਿਰਦ ਇੱਕ ਕੰਧ ਉਸਾਰਨ ਵਿੱਚ ਗੁਜ਼ਾਰ ਦਿੱਤੀ। ਖੁਦ ਦੀ ਸੇਵਾ ਕਰਨ ਵਾਲੀ ਜ਼ਿੰਦਗੀ। ਜਦੋਂ ਤੱਕ ਸਤੰਬਰ ਮਹੀਨੇ ਦੀ ਇੱਕ ਸਵੇਰ ਨੂੰ ਮੇਰੀ ਪਤਨੀ ਨੇ ਮੈਨੂੰ ਜਗਾਇਆ ਅਤੇ ਕਿਹਾ, ਜੌਨ, ਮੈਂ ਗਿਰਜੇ ਜਾ ਰਹੀ ਹਾਂ, ਕੀ ਤੂੰ ਮੇਰੇ ਨਾਲ ਚੱਲੇਂਗਾ? ਮੈਂ ਬਾਲਕੋਨੀ ਵਿੱਚ ਬੈਠਾ ਹੋਇਆ ਸੀ ਅਤੇ ਮੈਂ ਬਹੁਤ ਪਰੇਸ਼ਾਨ ਸੀ। ਮੈਨੂੰ ਯਾਦ ਹੈ, ਮੈਨੂੰ ਬੈਠੇ ਨੂੰ ਪਸੀਨਾ ਆ ਰਿਹਾ ਸੀ ਅਤੇ ਮੈਂ ਉਮੀਦ ਕਰ ਰਿਹਾ ਸੀ ਕਿ ਕੋਈ ਮੈਨੂੰ ਪਹਿਚਾਣੇਗਾ। ਉਸ ਪਲ ਮੈਂ ਇਸ ਗੱਲ ਨੂੰ ਨਹੀਂ ਸੀ ਜਾਣਿਆ, ਪਰ ਮੈਂ ਉੱਥੇ ਹੀ ਸਾਂ ਜਿੱਥੇ ਮੈਨੂੰ ਹੋਣਾ ਚਾਹੀਦਾ ਸੀ। ਇੱਕ ਹੋਰ ਗਵਾਹੀ। 1 ਸਾਲ ਪਹਿਲਾਂ ਮੇਰੇ ਮਿੱਤਰ ਨੇ ਮੈਨੂੰ ਇੱਕ ਝੁੰਡ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਉੱਥੇ ਮੈਂ ਉਸ ਪਿਆਰ ਬਾਰੇ ਸਿੱਖਿਆ ਜੋ ਸਾਨੂੰ ਪ੍ਰਭੂ ਦਿੰਦਾ ਹੈ ਜੇ ਅਸੀਂ ਉਸ ਕੋਲੋਂ ਮੰਗੀਏ, ਅਤੇ ਕਿਉਂਕਿ ਮੈਂ ਉਸ ਦੇ ਤੋਹਫੇ ਨੂੰ ਸਵੀਕਾਰ ਕਰਨਾ ਚੁਣਿਆ, ਇਹ ਜਾਣਦੇ ਹੋਏ ਕਿ ਮੇਰਾ ਨਾਮ ਲੇਲੇ ਦੀ ਕਿਤਾਬ ਵਿੱਚ ਹੈ। ਮੇਰੇ ਲਈ ਸਭ ਤੋਂ ਸੁਖ ਭਾਵ ਸੀ ਜਿਸ ਦੀ ਮੈਂ ਕਲਪਨਾ ਕਰ ਸਕਦਾ ਸੀ।
ਇਸ ਲਈ ਅੱਜ ਮੈਂ ਇਹ ਵਿਖਾਉਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। ਮੈਂ ਮਸੀਹ ਦਾ ਚੇਲਾ ਹਾਂ ਅਤੇ ਸਦਾ ਲਈ ਉਸ ਦੇ ਪਰਿਵਾਰ ਵਿੱਚ ਹਾਂ। ਇੱਕ ਹੋਰ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ ਅਤੇ ਮੈਂ ਸੱਚਮੁੱਚ ਇੱਕ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹਾਂ। ਮੈਂ ਇਕੱਲਾ ਮਹਿਸੂਸ ਕਰਦਾ ਸੀ। ਇਸ ਲਈ ਇੱਕ ਦਿਨ ਮੇਰੀ ਪਤਨੀ ਮੈਨੂੰ ਇੱਕ ਐਤਵਾਰ ਗਿਰਜੇ ਵਿੱਚ ਲੈ ਕੇ ਗਈ ਅਤੇ ਮੈਂ ਇਹ ਪ੍ਰਾਰਥਨਾ ਕੀਤੀ ਕਿ ਯਿਸੂ ਮੇਰੇ ਦਿਲ ਵਿੱਚ ਆ। ਅਤੇ ਉਸੇ ਵੇਲੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਮੋਢੇ ਤੋਂ ਇੱਕ ਟਨ ਇੱਟਾਂ ਦਾ ਭਾਰ ਲੈ ਗਿਆ। ਇਸ ਤੋਂ ਅੱਗੇ ਮੈਂ ਕਦੀ ਇਕੱਲਾ ਮਹਿਸੂਸ ਨਹੀਂ ਕੀਤਾ ਅਤੇ ਮੈਂ ਰੋਜ਼ਾਨਾ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਅਤੇ ਮੈਂ ਆਪਣੀਆਂ ਰੁਕਾਵਟਾਂ ਤੇ ਮੁਸ਼ਕਲਾਂ ਤੇ ਫਤਿਹ ਪਾਈ। ਹੁਣ ਇਸ ਨੂੰ ਸੁਣੋ। ਪਰਮੇਸ਼ਰ ਨੇ 12 ਸਾਲ ਦੀ ਇੱਕ ਕੁੜੀ ਰਾਹੀਂ ਮੇਰਾ ਉਦੋਂ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਂ 12 ਸਾਲ ਦਾ ਸੀ। ਉਸ ਕੁੜੀ ਨੇ ਅੱਧੀ ਛੁੱਟੀ ਦੌਰਾਨ ਆਪਣੀ ਬਾਈਬਲ ਬਾਹਰ ਕੱਢੀ ਅਤੇ ਮੈਨੂੰ ਮੁਕਤੀ, ਕਿਆਮਤ ਅਤੇ ਦੂਜੀ ਆਮਦ ਬਾਰੇ ਦੱਸਿਆ ਅਤੇ ਮੈਂ ਉਸ ਦੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਅਤੇ ਮੈਂ ਸੱਚਮੁੱਚ ਉਸ ਛੋਟੀ ਜਿਹੀ ਕੁੜੀ ਦਾ ਸ਼ੁਕਰਗੁਜ਼ਾਰ ਹਾਂ। ਇੱਕ ਹੋਰ ਗਵਾਹੀ, ਮੈਂ ਆਤਮਿਕ ਸਹਾਰੇ ਲਈ ਇਸ ਕਲੀਸਿਆ ਵਿੱਚ ਆਉਣਾ ਸ਼ੁਰੂ ਹੋਇਆ। ਮੇਰਾ ਇੱਕ ਚੰਗਾ ਮਿੱਤਰ ਮੈਨੂੰ ਇੱਥੇ ਲੈ ਕੇ ਆਇਆ, ਪਰ ਮੈਂ ਮਹਿਸੂਸ ਕੀਤਾ ਕਿ ਕੋਈ ਨਾ ਕੋਈ ਕਮੀ ਤਾਂ ਹੈ। ਗਿਰਜਾ ਮੇਰੇ ਲਈ ਐਤਵਾਰ ਦਾ ਵਾਇਕ ਸੀ। ਪਰਮੇਸ਼ਰ ਨਾਲ ਮੇਰਾ ਰਿਸ਼ਤਾ ਬਸ ਐਤਵਾਰ ਤੱਕ ਹੀ ਸੀਮਤ ਸੀ। ਕੁਝ ਚਿਰ ਪਹਿਲਾਂ ਹੀ ਮੇਰੇ ਡਾਕਟਰ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਮੇਰੀ ਕੈਂਸਰ ਫਿਰ ਉੱਭਰ ਆਈ ਹੈ। ਇਹੋ ਜਿਹੀ ਖਬਰ ਸੁਣ ਕੇ ਮੈਂ ਜਾਣਦਾ ਸੀ ਕਿ ਆਉਣ ਵਾਲੇ ਮਹੀਨੇ ਮੇਰੇ ਲਈ ਮੁਸ਼ਕਲ ਭਰੇ ਹੋਣਗੇ। ਮੈਂ ਉਦਾਸ ਹੋ ਗਿਆ ਅਤੇ ਰੋਣ ਲੱਗਾ। ਜਿਸ ਰਾਤ ਮੈਂ ਇਹ ਖਬਰ ਸੁਣੀ, ਮੈਂ ਆਪਣੇ ਜੀਵਨ ਯਿਸੂ ਨੂੰ ਦੇਣ ਲਈ ਮਜਬੂਰ ਹੋ ਗਿਆ। ਜਾਂ ਇਸ ਜਵਾਨ ਮੁਟਿਆਰ ਦੇ ਸ਼ਬਦ ਬਾਰੇ ਕੀ ਖਿਆਲ? ਫਿਰ ਮੈਰੀਲਿਨ ਨੇ ਮੈਨੂੰ ਲਗਭਗ 2 ਸਾਲ ਪਹਿਲਾਂ ਉਸ ਨਾਲ ਗਿਰਜੇ ਜਾਣ ਦਾ ਸੱਦਾ ਦਿੱਤਾ ਸੀ ਅਤੇ ਪਾਸਟਰ ਜ਼ਰਮੀਆ ਨੂੰ ਸੁਣਨ ਤੋਂ ਬਾਅਦ ਮੈਂ ਜਾਣ ਗਈ ਕਿ ਮੈਨੂੰ ਮੇਰੇ ਗੁਰੂ ਮੇਰੀ ਕਲੀਸਿਆ ਲੱਭ ਗਈ ਹੈ। ਉਦੋਂ ਤੋਂ ਮੈਂ ਗਿਰਜੇ ਆ ਰਹੀ ਹਾਂ ਅਤੇ ਹਰ ਐਤਵਾਰ ਮੇਰਾ ਅਗਲਾ ਪਾਠ ਸਿੱਖਣ ਦੀ ਉਡੀਕ ਕਰਦੀ ਰਹਿੰਦੀ ਹਾਂ। ਸਗੋਂ ਬੱਚੇ ਵੀ ਕਿਸੇ ਨੂੰ ਪ੍ਰਭੂ ਕੋਲ ਲਿਆਉਣ ਲਈ ਪ੍ਰਭਾਵ ਬਣ ਸਕਦੇ ਹਨ। ਸੁਣੋ, ਜਦੋਂ ਮੈਂ ਅਜੇ ਬੱਚੀ ਹੀ ਸਾਂ, ਮੈਂ ਮੇਰੀ ਸਭ ਤੋਂ ਵਧੀਆ ਸਹੇਲੀ ਨਾਲ ਕਦੀ-ਕਦੀ ਗਿਰਜੇ ਆਉਂਦੀ ਹਾਂ, ਪਰ ਮੈਂ ਪ੍ਰਭੂ ਵਿੱਚ ਸਥਿਰ ਨਹੀਂ ਚੱਲਦੀ ਸਾਂ। ਮੈਂ ਸਵਾਰਥੀ ਤੇ ਲਾਪਰਵਾਹੀ ਵਾਲੀਆਂ ਚੋਣਾਂ ਕੀਤੀਆਂ ਤੇ ਆਖਰਕਾਰ ਆਪਣੇ ਆਪ ਨੂੰ ਪ੍ਰੇਮ ਰਹਿਤ ਵਿਵਹਾਰਿਕ ਰਿਸ਼ਤੇ ਵਿੱਚ ਆਇਆ। ਜਦੋਂ ਸਾਡਾ ਵਿਵਹਾਰਿਕ ਰਿਸ਼ਤਾ ਖਤਮ ਹੋ ਗਿਆ, ਮੇਰੀ 4 ਸਾਲ ਦੀ ਬੇਟੀ ਨੇ ਮੈਨੂੰ ਕਿਹਾ, ਮੰਮੀ ਸ਼ਾਇਦ ਸਾਨੂੰ ਗਿਰਜੇ ਜਾਣਾ ਸ਼ੁਰੂ ਕਰਨਾ ਚਾਹੀਦਾ ਹੈ। ਛੇਤੀ ਹੀ ਸਭ ਕੁਝ ਸਹੀ ਹੋ ਗਿਆ। ਸਾਡੀਆਂ ਜ਼ਿੰਦਗੀਆਂ ਵਿੱਚ ਸਿਰਫ ਯਿਸੂ ਦੀ ਹੀ ਕਮੀ ਸੀ। ਜਵਾਨ ਲੋਕ ਵੀ ਇਹ ਕਰ ਸਕਦੇ ਹਨ। ਜਦੋਂ ਮੈਂ ਹਾਈ ਸਕੂਲ ਵਿੱਚ ਪੜ੍ਹਦਾ ਸੀ, ਮੇਰੇ ਇੱਕ ਮਿੱਤਰ ਨੇ ਮੈਨੂੰ ਇੱਕ ਜਵਾਨ ਸਮੂਹ ਵਿੱਚ ਜਾਣ ਦੀ ਪੇਸ਼ਕਸ਼ ਕੀਤੀ ਅਤੇ ਕਿਸੇ ਨੇ ਮੁਕਤੀ ਵੱਲ ਲਿਆਉਣ ਲਈ ਬਾਲਗਾਂ ਦੀ ਸਾਮਰਥ ਨੂੰ ਕਦੇ ਵੀ ਘੱਟ ਨਾ ਆਖੋ। ਮੇਰੇ ਲਈ ਬਾਈਬਲ ਪੜ੍ਹਨਾ ਅਤੇ ਪ੍ਰਾਰਥਨਾ ਕਰਨਾ ਅਤੇ ਦੂਜੇ ਲੋਕਾਂ ਨਾਲ ਪੜ੍ਹਨ ਕਿ ਯਿਸੂ ਕੌਣ ਹੈ, ਸੱਚਮੁੱਚ ਇੱਕ ਅਨੋਖਾ ਸਮਾਂ ਸੀ। ਉਹ ਨਿੱਜੀ ਮੁਕਤੀਦਾਤਾ ਹੈ, ਨਾ ਕਿ ਉਹ ਪਰਮੇਸ਼ਰ ਜਿਹੜਾ ਆਕਾਸ਼ ਵਿੱਚ ਰਹਿੰਦਾ ਹੈ। ਇਹ ਉਦਾਹਰਨ ਨਾਲ ਕਿਸੇ ਨੂੰ ਮਸੀਹ ਵਿੱਚ ਲਿਆਉਣ ਬਾਰੇ ਹੈ। ਮੈਂ ਇੱਥੇ ਗਿਰਜੇ ਵਿੱਚ ਮੇਰੀ ਪਤਨੀ ਅਤੇ ਬੇਟੀ ਨਾਲ ਆਉਂਦਾ ਹੁੰਦਾ ਸਾਂ। 3 ਜਾਂ 4 ਵਾਰ ਬੰਦਗੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਪਾਸਟਰ ਦੀ ਬੁਲਾਹਟ ਤੇ ਜਗਵੇਦੀ ਵੱਲ ਜਾਂਦਾ ਪਾਇਆ ਅਤੇ ਮੈਂ ਜਾਣ ਗਿਆ ਕਿ ਮੈਂ ਪਾਪੀ ਸਾਂ ਅਤੇ ਮੈਂ ਪ੍ਰਭੂ ਨੇ ਮੇਰੇ ਦਿਲ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਇਹ ਸਭ ਤੋਂ ਗੰਭੀਰ ਗੱਲ ਹੈ ਜੋ ਮੇਰੇ ਨਾਲ ਹੋਈ ਹੈ। ਉਹ ਮਿੱਤਰ ਬਣੋ ਜਿਹੜਾ ਲੋੜ ਵੇਲੇ ਆਪਣੇ ਮਿੱਤਰ ਦੇ ਕੰਮ ਆਉਂਦਾ ਹੈ। ਮੈਂ ਵਾਪਸ ਗਿਰਜੇ ਜਾਣ ਬਾਰੇ ਸੋਚਿਆ ਹੀ ਸੀ ਜਦੋਂ ਮੇਰੇ ਇੱਕ ਪਿਆਰੀ ਸਹੇਲੀ ਕੈਥੀ ਨੇ ਮੈਨੂੰ ਉਸ ਨਾਲ ਸ਼ੈਡੋ ਮਾਊਂਟਨ ਨੂੰ ਜਾਣ ਲਈ ਕਿਹਾ। ਡਾਕਟਰ ਜ਼ਰਮੀਆ ਨੂੰ ਸੁਣ ਰਾਹੀਂ ਮੈਂ ਸਮਝ ਗਈ ਕਿ ਸਿਰਫ ਪਰਮੇਸ਼ਰ ਹੀ ਮੇਰੀ ਮਦਦ ਕਰ ਸਕਦਾ ਸੀ। ਮੈਂ ਪਰਮੇਸ਼ਰ ਨੂੰ ਮੇਰਾ ਮੁਕਤੀਦਾਤਾ ਕਬੂਲ ਕੀਤਾ ਅਤੇ ਆਪਣੀਆਂ ਸਾਰੀਆਂ ਸਮੱਸਿਆਵਾਂ ਉਸ ਨੂੰ ਦੇ ਦਿੱਤੀਆਂ। ਉਦੋਂ ਤੋਂ ਮੈਂ ਖੋਜਣ ਵਾਲੀ ਭਾਵਨਾ ਨੂੰ ਗਵਾ ਦਿੱਤਾ। ਮੈਨੂੰ ਇਹ ਮਹਿਸੂਸ ਹੋਇਆ ਜਿਵੇਂ ਮੈਂ ਘਰ ਆ ਗਈ ਹੋਵਾਂ, ਸਿਰਫ ਇਸ ਲਈ ਕਿਉਂਕਿ ਕਿਸੇ ਨੇ ਉਹਨਾਂ ਨੂੰ ਸੱਦਾ ਦਿੱਤਾ। ਸਗੋਂ ਇੱਕ ਮਾਂ ਵੀ ਯਿਸੂ ਕੋਲ ਆਈ ਕਿਉਂਕਿ ਉਸ ਦੀ ਛੋਟੀ ਜਿਹੀ ਕੁੜੀ ਨੇ ਉਸ ਨੂੰ ਸੱਦਾ ਦਿੱਤਾ। ਪਰਮੇਸ਼ਰ ਉਹਨਾਂ 4 ਮਨੁੱਖਾਂ ਵਾਂਗੂ ਜਿਹੜੇ ਆਪਣੇ ਮਿੱਤਰ ਨੂੰ ਯਿਸੂ ਕੋਲ ਲੈ ਕੇ ਆਏ, ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਯਿਸੂ ਕੋਲ ਲਿਆਉਣ ਲਈ ਇਸਤੇਮਾਲ ਕਰਦਾ ਹੈ। ਹੁਣ ਵੀ ਕੋਈ ਨਾ ਕੋਈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਉਸ ਨੂੰ ਯਿਸੂ ਕੋਲ ਆਉਣ ਦਾ ਸੱਦਾ ਦਿਓ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਆਖੀਰ ਤੱਕ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਅਸੀਂ ਯਿਸੂ ਜੀ ਦੇ ਚਮਤਕਾਰਾਂ ਬਾਰੇ ਚਰਚਾ ਕਰ ਰਹੇ ਸੀ। ਅਸੀਂ ਯਿਸੂ ਜੀ ਦੇ ਬੋਧ ਦੇ ਚਮਤਕਾਰਾਂ ਬਾਰੇ ਗੱਲਬਾਤ ਕੀਤੀ।
ਦੋਸਤੋ, ਸਾਡੇ ਸਾਰਿਆਂ ਦੇ ਲਈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਪਾਪ ਮਾਫ ਹੋ ਚੁੱਕੇ ਹਨ। ਅਸੀਂ ਯਿਸੂ ਜੀ ਦੇ ਅਖਤਿਆਰ ਦੇ ਚਮਤਕਾਰਾਂ ਦੇ ਉੱਤੇ ਗੌਰ ਕੀਤਾ, ਕਿਉਂਕਿ ਅਸੀਂ ਵੇਖਿਆ ਕਿ ਸਬੂਤ ਦਿਖਾਇਆ ਗਿਆ ਅਤੇ ਅਧਿਕਾਰ ਪ੍ਰਦਰਸ਼ਿਤ ਹੋਇਆ। ਕਿਉਂਕਿ ਅਧਰੰਗੀ ਨੂੰ ਯਿਸੂ ਜੀ ਨੇ ਕਿਹਾ ਕਿ ਉੱਠ, ਆਪਣੀ ਮੰਜੀ ਚੁੱਕ ਅਤੇ ਚਲਿਆ ਜਾ। ਉਹ ਉੱਠਿਆ ਅਤੇ ਆਪਣੀ ਮੰਜੀ ਨੂੰ ਚੁੱਕਿਆ ਅਤੇ ਉੱਥੋਂ ਨਿਕਲ ਗਿਆ। ਇਸ ਨੂੰ ਵੇਖ ਕੇ ਸਾਰੇ ਲੋਕ ਹੈਰਾਨ ਹੋਏ, ਜੋ ਕਿ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ। ਫਿਰ ਅਸੀਂ ਅਖੀਰ ਦੇ ਵਿੱਚ ਯਿਸੂ ਜੀ ਦੇ ਮਾਫੀ ਦੇ ਚਮਤਕਾਰ ਨੂੰ ਵੇਖਿਆ। ਦੋਸਤੋ, ਅਸੀਂ ਅਧਰੰਗੀ ਅਤੇ ਪਾਪ ਦੀ ਤਸਵੀਰ ਨੂੰ ਦੇਖਿਆ। ਅਸੀਂ ਇਹ ਵੀ ਸਿੱਖਿਆ ਕਿ ਸਾਨੂੰ ਆਪਣੇ ਮਿੱਤਰਾਂ ਨੂੰ ਪ੍ਰਭੂ ਯਿਸੂ ਜੀ ਦੇ ਕੋਲ ਲਿਆਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਵੀ ਪਾਪ ਮਾਫ ਹੋਣ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੇ ਅਨੁਸਾਰ ਆਸ਼ੀਸ਼ ਅਤੇ ਬਰਕਤ ਦੇਵੇ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਕਿ ਅਸੀਂ ਪਿਤਾ ਪਰਮੇਸ਼ਰ ਅਧਰੰਗੀ ਵਿਅਕਤੀ ਦੀ ਕਹਾਣੀ ਤੋਂ ਪਿਤਾ ਪਰਮੇਸ਼ਰ ਬਹੁਤ ਸਾਰੀ ਗੱਲਾਂ ਨੂੰ ਸਿੱਖਿਆ। ਅਸੀਂ ਉਸ ਦੇ ਨਾਲ ਉਸ ਦਾ ਸਹਾਰਾ ਬਣ ਕੇ ਆਏ। ਉਹਨਾਂ 4 ਲੋਕਾਂ ਬਾਰੇ ਜਾਣਿਆ ਜਿਨ੍ਹਾਂ ਨੇ ਪ੍ਰਭੂ ਜੀ ਘਰ ਦੀ ਛੱਤ ਖੋਲ ਕੇ ਮੰਜੀ ਤੇ ਲਿਟਾ ਕੇ ਇਸ ਅਧਰੰਗ ਦੇ ਰੋਗੀ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਰੱਖ ਦਿੱਤਾ। ਪ੍ਰਭੂ ਜੀ ਨੇ ਉਹਨਾਂ ਦੇ ਵਿਸ਼ਵਾਸ ਨੂੰ ਦੇਖਿਆ ਔਰ ਉਸ ਵਿਅਕਤੀ ਨੂੰ ਚੰਗਾ ਕੀਤਾ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਇਸ ਦੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਅਸੀਂ ਆਪਣੇ ਦੋਸਤਾਂ ਔਰ ਮਿੱਤਰਾਂ ਨੂੰ ਜਿਹੜੇ ਪ੍ਰਭੂ ਤੁਹਾਡੇ ਤੋਂ ਦੂਰ ਹਨ, ਜਿਹੜੇ ਪਾਪ 'ਚ ਪਏ ਹਨ, ਜੋ ਬਿਮਾਰੀ 'ਚ ਹੈ, ਉਹਨਾਂ ਨੂੰ ਲਿਆ ਸਕੀਏ, ਉਹਨਾਂ ਦੀ ਅਗਵਾਈ ਕਰ ਸਕੀਏ ਤਾਂ ਕਿ ਪ੍ਰਭੂ ਜੀ ਉਹ ਤੁਹਾਡੇ ਕੋਲ ਆ ਕੇ ਮੁਕਤੀ ਦੇ ਸਵਾਦ ਨੂੰ ਵੇਖਣ ਔਰ ਚੰਗਾਈ ਨੂੰ ਹਾਸਿਲ ਕਰ ਸਕਣ। ਧੰਨਵਾਦ ਕਰਦੇ ਪ੍ਰਭੂ ਜੀ ਇਸ ਅੱਛੇ ਵਚਨ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।